BBC ਨੈਟਵਰਕ ਦੀ ਖਾਸ ਧਾਰਮਿਕ ਪੇਸ਼ਕਸ਼ ਸਿੱਖ ਸਰਗਰਮੀਆਂ ਲੈ ਕੇ ਹਾਜ਼ਰ ਹਾਂ ਮੈਂ ਮਨਿੰਦਰ ਸਿੰਘ ਮੋਂਗਾ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ, ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਅਤੇ ਪੰਥਕ ਪ੍ਰਚਾਰ ਪ੍ਰਸਾਰ ਹਿਤ ਕੀਤੇ ਜਾ ਰਹੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਨੂੰ ਸੰਗਤ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਪਾਵਨ ਪਿੱਤਰ ਦਿਹਾੜਿਆਂ ਦੀ ਇਤਿਹਾਸਿਕ ਮਹੱਤਤਾ ਆਪ ਜੀ ਨਾਲ ਸਾਂਝੀ ਕੀਤੀ ਜਾਂਦੀ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕੇ ਦੀਆਂ ਸਰਗਰਮੀਆਂ ਦੇ ਨਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਸੱਦੇ ਗਏ ਪੰਥਕ ਇਕੱਠ ਦੌਰਾਨ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਪੰਥ ਦਰਦੀਆਂ ਵੱਲੋਂ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ਇਸ ਪੰਥਕ ਇਕੱਠ ਦੌਰਾਨ 3 ਅਹਿਮ ਮਤੇ ਵੀ ਪਾਸ ਕੀਤੇ ਗਏ, ਜਿਨ੍ਹਾਂ ਅਨੁਸਾਰ ਇੱਕ ਸਾਂਝੀ ਕਮੇਟੀ ਸਥਾਪਿਤ ਕਰਨ, ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਸਮੇਤ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਨਾਲ ਮੁਲਾਕਾਤ ਕਰਨ ਅਤੇ ਲੋੜ ਪੈਣ ਤੇ ਇੱਕ ਤਿੱਖਾ ਸੰਘਰਸ਼ ਵਿੱਢਣ ਤੇ ਸਹਿਮਤੀ ਪ੍ਰਗਟਾਈ ਗਈ। ਆਓ ਵੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੱਦੇ ਗਏ ਪੰਥਕ ਇਕੱਠ ਦੌਰਾਨ ਸਮੁੱਚੀਆਂ ਜਥੇਬੰਦੀਆਂ ਅਤੇ ਪੰਥ ਦਰਦੀਆਂ ਵੱਲੋਂ ਇਕਜੁੱਟਤਾ ਨਾਲ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ। ਇਹ ਇਕੱਤਰਤਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸੱਦੀ ਗਈ ਸੀ। ਬੀਤੇ ਦਿਨੀ ਇਸ ਪੰਥਕ ਇਕੱਠ ਵਿੱਚ ਸਿੱਖ ਕੌਮ ਦੀਆਂ ਵੱਖ-ਵੱਖ ਧਾਰਮਿਕ, ਰਾਜਸੀ ਅਤੇ ਸਮਾਜਿਕ ਜਥੇਬੰਦੀਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾਣ ਵਾਲੇ ਭਵਿੱਖੀ ਯਤਨਾਂ ਅਤੇ ਆਰੰਭੇ ਜਾਣ ਵਾਲੇ ਹਰ ਸੰਘਰਸ਼ ਦਾ ਮੋਹਰੀ ਤੌਰ ਤੇ ਸਾਥ ਦੇਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ 3 ਅਹਿਮ ਮਤੇ ਪਾਸ ਕੀਤੇ ਗਏ, ਜਿਨ੍ਹਾਂ ਅਨੁਸਾਰ ਇੱਕ ਸਾਂਝੀ ਕਮੇਟੀ ਸਥਾਪਿਤ ਕਰਨ, ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਰਾਜਪਾਲਾਂ ਨੂੰ ਮਿਲਣ ਅਤੇ ਲੋੜ ਪੈਣ ਤੇ ਕਰੜਾ ਸੰਘਰਸ਼ ਵਿੱਢਣ ਤੇ ਸਹਿਮਤੀ ਪ੍ਰਗਟ ਕੀਤੀ ਗਈ। ਇਸ ਦੇ ਨਾਲ ਹੀ ਦੇਸ਼ ਦੀ ਪਾਰਲੀਮੈਂਟ ਦੇ ਸਿੱਖ ਮੈਂਬਰਾਂ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਨੂੰ ਪਾਰਲੀਮੈਂਟ ਦੇ ਦੋਹਾਂ ਸਦਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਗਈ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਪਾਰਲੀਮੈਂਟ ਦੇ ਹੋਰ ਮੈਂਬਰਾਂ ਨੂੰ ਵੀ ਇਸ ਮਾਮਲੇ ਵਿੱਚ ਆਪਣੇ ਨਾਲ ਲੈਣ। ਸਮੁੱਚੇ ਪੰਥ ਨੇ ਵੱਖ-ਵੱਖ ਰੂਪਾਂ ਦੇ ਵਿੱਚ ਆਪਣੇ ਯਤਨ ਵੀ ਕੀਤੇ। ਪਹਿਲਾਂ ਵੀ ਇਹਦੇ ਲਈ ਯਤਨ ਆਰੰਭੇ ਗਏ ਸੀ ਤੇ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਲਈ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਪਟੀਸ਼ਨ ਵੀ ਪਾ ਕੇ ਆਏ ਸੀ। ਤੇ ਫਿਰ ਜਦੋਂ ਪਿੱਛੇ ਸਾਹਿਬਾਂ ਦਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਵਿੱਤਰ ਪ੍ਰਕਾਸ਼ ਦਿਹਾੜਾ 550 ਸਾਲਾ ਆਇਆ ਤੇ ਸਾਡੇ ਲਗਭਗ 7 ਜੁਝਾਰੂ ਵੀਰਾਂ ਨੂੰ ਰਿਹਾ ਕਰਨ ਦਾ ਕੇਂਦਰ ਦੀ ਸਰਕਾਰ ਨੇ ਅਨਾਉਂਸ ਕੀਤਾ ਸੀ ਔਰ ਉਹਨਾਂ ਦੇ ਵਿੱਚੋਂ ਹਾਲੇ ਬਹੁਤ ਸਾਰੇ ਅੰਦਰੇ ਬੈਠੇ ਆ ਤੇ ਜਿਹਦੇ ਦਰਦ ਨੂੰ ਮਹਿਸੂਸ ਕਰਕੇ ਸਮੁੱਚੇ ਪੰਥ ਨੇ ਇੱਕ ਫੈਸਲਾ ਲਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਉਸ ਹਦਾਇਤ ਦੇ ਤਹਿਤ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਹਦਾਇਤ ਕੀਤੀ ਸੀ ਕਿ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਸਾਂਝੀ ਕਮੇਟੀ ਬਣਾਈ ਜਾਵੇ ਜਿਹੜੀ ਇਹਨਾਂ ਦੇ ਰਿਹਾ ਕਰਾਉਣ ਦਾ ਵੀ ਯਤਨ ਕਰੇ ਤੇ ਵੱਖ-ਵੱਖ ਤੌਰ ਤੇ ਚਾਹੇ ਉਹ ਕਾਨੂੰਨ ਦਾ ਪਹਿਲੂ ਆ ਤੇ ਚਾਹੇ ਕੋਈ ਹੋਰ ਰਸਤਾ ਅਖਤਿਆਰ ਕਰਨਾ ਪਵੇ ਉਹ ਕਰੇ। ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਵੀ ਤੇ ਉਹਨਾਂ ਮਹਾਨ ਸਾਡੇ ਸਿੱਖ ਕੈਦੀਆਂ ਪ੍ਰਤੀ ਵੱਖ-ਵੱਖ ਸਾਡੇ ਜਿਹੜੀਆਂ ਕੌਂਸਟੀਟਿਊਸ਼ਨਲ ਪੋਸਟ, ਚਾਹੇ ਪ੍ਰੈਜ਼ੀਡੈਂਟ ਆਫ ਇੰਡੀਆ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਹੋਮ ਮਿਨਿਸਟਰ, ਉਹਨਾਂ ਸਾਰਿਆਂ ਨੂੰ ਵਾਪਸਾਂ ਦੇ ਰੂਪ ਦੇ ਵਿੱਚ, ਚਾਹੇ ਉਹ ਗਵਰਨਰ ਹੋਣ, ਵਾਪਸਾਂ ਦੇ ਰੂਪ ਦੇ ਵਿੱਚ ਮਿਲਿਆ ਜਾਊਗਾ। ਸਮੁੱਚੇ ਤੌਰ ਤੇ MP ਸਾਹਿਬਾਨ ਚਾਹੇ ਕਿਸੇ ਪਾਰਟੀ ਨਾਲ ਵੀ ਸੰਬੰਧਿਤ ਆ, ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਸਾਰੇ ਮੈਂਬਰ ਪਾਰਲੀਮੈਂਟ ਇੱਕ ਥਾਂ ਇਕੱਤਰ ਹੋ ਕੇ ਉਹਨਾਂ ਸਿੱਖ ਨਜ਼ਰਬੰਦਾਂ ਦੀ ਰਿਹਾਈ ਦਾ ਜਿਹੜਾ ਆ ਉਹ ਯਤਨ ਕਰੋ, ਚਾਹੇ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਪਵੇ, ਚਾਹੇ ਹੋਰ ਹੋਮ ਮਿਨਿਸਟਰ ਸਾਹਿਬ ਨੂੰ ਮਿਲਣਾ ਪਵੇ, ਸੂਬਿਆਂ ਦੇ ਪ੍ਰਧਾਨਾਂ, ਗਵਰਨਰਸ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਮਿਲਣ ਤੋਂ ਬਾਅਦ ਜੇ ਫਿਰ ਵੀ ਕੋਈ ਹੱਲ ਨਹੀਂ ਨਿਕਲਦਾ ਤੇ ਫਿਰ ਪੰਥ ਇਕੱਠ ਮਜਬੂਰ ਹੋਊਗਾ ਕੋਈ ਹੋਰ ਤਿੱਖਾ ਸੰਘਰਸ਼ ਵਿੱਢਣ ਲਈ। ਇਹ ਮੈਨੂੰ ਖੁਸ਼ੀ ਆ ਔਰ ਉਹਨਾਂ ਮਹਾਨ ਸਿੱਖ ਕੈਦੀਆਂ ਨੂੰ ਜਿਹੜੇ ਨਿੱਜ ਕਰਕੇ ਅੰਦਰ ਨਹੀਂ ਗਏ, ਮੈਂ ਸਮਝਦਾ ਇਹ ਵੀ ਸਬੱਬ ਬਣਿਆ
ਕਿ ਉਹਨਾਂ ਦੀ ਰਿਹਾਈ ਦੇ ਲਈ ਅੱਜ ਪੰਥ ਨੇ ਇਕਜੁੱਟਤਾ ਜਿਹੜੀ ਹੈ, ਇੱਕ ਜੁਟਦਾ ਹੋ ਕੇ ਦਿਖਾ ਲਈ ਆ। ਸੋ ਇਸ ਗੱਲ ਦੀ ਮੈਂ ਇਹਨਾਂ ਜਥੇਬੰਦੀਆਂ ਦੀ ਪ੍ਰਸ਼ੰਸਾ ਵੀ ਕਰਦਾ ਤੇ ਤਵੱਕੋਂ ਵੀ ਰੱਖਦਾ ਕਿ ਜਿਹੜੇ ਅਗਲੇ, ਕਿਉਂਕਿ ਅੱਜ ਦਾ ਮੁੱਢਲੇ ਤੌਰ 'ਤੇ ਸੀ, ਜਿਹੜੇ ਅਗਲੇ ਹੁਣ ਸਾਡੇ ਪ੍ਰਸ਼ਨ ਆ ਉਹ ਗੰਭੀਰ ਵੀ ਹੋਣਗੇ, ਚਿੰਤਾਤੁਰ ਵੀ ਹੋਣਗੇ, ਪਰ ਖਾਲਸਾ ਪੰਥ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੂਗਾ। ਇਕੱਤਰਤਾ ਦੌਰਾਨ ਅਗਲੀ ਰੂਪਰੇਖਾ ਕਮੇਟੀ ਸਥਾਪਿਤ ਕਰਨ ਦੇ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੇ ਗਏ। ਐਡਵੋਕੇਟ ਧਾਮੀ ਨੇ ਆਖਿਆ ਕਿ ਭਾਵੇਂ ਚਿਰਾਂ ਤੋਂ ਸਿੱਖ ਪੰਥ ਦੀਆਂ ਪ੍ਰਤੀਨਿਧ ਵੱਖ-ਵੱਖ ਜਥੇਬੰਦੀਆਂ ਅਤੇ ਪੰਥ ਦਰਦੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਯਤਨ ਕਰ ਰਹੇ ਨੇ, ਪਰੰਤੂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਾਂਝੇ ਰੂਪ ਵਿੱਚ ਯਤਨ ਅੱਗੇ ਕੀਤੇ ਜਾਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਪੰਥਕ ਕਾਰਜਾਂ ਲਈ ਸਹਿਯੋਗ ਦੇਣ ਦਾ ਭਰੋਸਾ ਕੀਤਾ। ਇਹੀ ਫੈਸਲੇ ਕੀਤੇ ਗਏ ਹੈ ਚੜ੍ਹਦੀ ਕਲਾ ਦੀ ਤੇ ਬੰਦੀਆਂ ਨੂੰ ਛਡਾਉਣ ਦੇ ਲਈ। ਮੋਰਚਾ ਵੀ ਲੱਗ ਸਕਦਾ ਹੈ, ਸਾਰਾ ਕੁਝ ਹੋ ਸਕਦਾ ਹੈ, ਪਰ ਹੁਣ ਬੰਦੀ ਛੁੱਟਣੇ ਚਾਹੀਦੇ ਹੈ, ਉਹਨਾਂ ਨੂੰ ਪੈਰੋਲ ਮਿਲਣੀ ਚਾਹੀਦੀ ਹੈ। ਸਾਡੇ ਸਿੱਖਾਂ ਨੇ ਇਹੋ ਜਿਹਾ ਕੰਮ ਨਹੀਂ ਕੋਈ ਕੀਤਾ ਹੈਗਾ। ਉਹਨਾਂ ਨੇ ਆਪਣੇ ਦੇਸ਼ ਸਿੱਖ ਦੀ ਸੇਵਾ ਕੀਤੀ ਹੈ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਸਿੱਖ ਪੰਥ ਨੂੰ ਠੋਸ ਯਤਨ ਅੱਗੇ ਵਧਾਉਣ ਦੇ ਨਾਲ-ਨਾਲ ਨਿਰਣਾਇਕ ਫੈਸਲੇ ਵੀ ਲੈਣੇ ਪੈਣਗੇ। ਬੜੀ ਵੱਡੀ ਸਫਲਤਾਪੂਰਵਕ ਇਕੱਤਰਤਾ ਹੋਈ ਹੈ ਔਰ ਇਹਦੇ ਵਿੱਚ ਸਾਰਿਆਂ ਨੇ ਆਪਣੇ ਮਤਭੇਦ ਪਾਸੇ ਰੱਖ ਕੇ ਇਕਜੁੱਟਤਾ ਦਾ ਪ੍ਰਗਟਾਵਾ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਫੈਸਲਾ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਏਕਤਾ ਨੂੰ ਅੱਗੇ ਰੱਖਦਿਆਂ ਹੋਇਆਂ ਜਿਹੜੇ ਵੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਦੀ ਰਿਹਾਈ ਲਈ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਏਗਾ ਔਰ ਸਾਰਾ ਪੰਥ ਇਕਜੁੱਟ ਹੋ ਕੇ ਇਸ ਸੰਘਰਸ਼ ਲਈ ਆਪਣਾ ਯੋਗਦਾਨ ਪਾਵੇਗਾ। ਔਰ ਸੈਂਟਰ ਦੀ ਸਰਕਾਰ ਨੂੰ ਮੈਂ ਅੱਜ ਦੀ ਪੰਥ ਦੀ ਇਕੱਤਰਤਾ ਵੱਲੋਂ ਇੱਕ ਅਪੀਲ ਕਰਨੀ ਚਾਹੁੰਦਾ ਕਿ ਅੱਜ ਪੰਥ ਨੇ ਇਕਮੁੱਠ ਹੋ ਕੇ ਫੈਸਲਾ ਲੈ ਲਿਆ ਔਰ ਪੰਥ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਕੇਂਦਰ ਦੀ ਸਰਕਾਰ ਬਿਨਾਂ ਦੇਰੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ ਔਰ ਉਹਨਾਂ ਨੂੰ ਰਿਹਾ ਕਰਨ ਵਾਸਤੇ ਸਾਰੇ ਦਰਵਾਜ਼ੇ ਖੋਲ੍ਹੇ ਜਾਣ। ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਜਾਗਰੂਕਤਾ ਰੈਲੀ ਟਾਊਨ ਹਾਲ ਸਥਿਤ ਭਰਾਵਾਂ ਦੇ ਢਾਬੇ ਤੋਂ ਸ਼ੁਰੂ ਹੋ ਕੇ ਵਿਰਾਸਤੀ ਮਾਰਗ ਤੋਂ ਹੁੰਦੀ ਹੋਈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਈ। ਇਸ ਰੈਲੀ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਪਰਮਿੰਦਰ ਸਿੰਘ ਪੰਡਾਲ ਅਤੇ ਯੂਨੀਵਰਸਿਟੀ ਦੇ ਡੀਨ ਡਾਕਟਰ AP ਸਿੰਘ ਸਮੇਤ ਅਨੇਕਾਂ ਡਾਕਟਰ ਸਾਹਿਬਾਨ, ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ। ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਸ਼੍ਰੀ ਅੰਮ੍ਰਿਤਸਰ ਅਤੇ SGRD ਥੈਲੇਸੀਮੀਆ ਵੈਲਫੇਅਰ ਸੁਸਾਇਟੀ ਵੱਲੋਂ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ ਗਈ, ਜੋ ਕਿ ਭਰਾਵਾਂ ਦਾ ਢਾਬਾ ਹਾਲ ਬਾਜ਼ਾਰ ਤੋਂ ਸ਼ੁਰੂ ਹੋ ਕੇ ਹੈਰੀਟੇਜ ਸਟਰੀਟ ਤੋਂ ਹੁੰਦੇ ਹੋਏ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੀ। ਸਰਦਾਰ ਪਰਮਿੰਦਰ ਸਿੰਘ ਭੰਡਾਲ ਡਿਪਟੀ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੇ ਇਸ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾਈ। ਸਰਦਾਰ ਪਰਮਿੰਦਰ ਸਿੰਘ ਭੰਡਾਲ ਨੇ ਰੈਲੀ ਵਿੱਚ ਵਿਦਿਆਰਥੀਆਂ ਦਾ ਉਤਸ਼ਾਹ ਦੇਖਦੇ ਹੋਏ ਖੁਸ਼ੀ ਪ੍ਰਗਟ ਕਰਦਿਆਂ ਕਿਹਾ, ਬਹੁਤ ਹੀ ਵਧੀਆ ਉਪਰਾਲਾ ਗੁਰੂ ਰਾਮਦਾਸ ਕਾਲਜ ਨੇ ਕੀਤਾ, ਜਿਹਦੇ ਵਿੱਚ ਉਸ ਕਾਲਜ ਦੇ ਪ੍ਰਿੰਸੀਪਲ ਸਾਹਿਬ ਔਰ ਉੱਥੇ ਦਾ ਸਟਾਫ ਔਰ ਇਹ ਸਾਰੇ ਉੱਥੇ ਦੇ ਜਿਹੜੇ ਬੱਚੇ ਸਟੂਡੈਂਟ ਆ, ਇਹਨਾਂ ਨੇ ਰਲ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਜਿਹੜਾ ਉਪਰਾਲਾ, ਇਸ ਜਿਹੜੇ ਬੱਚਿਆਂ ਨੂੰ ਬਲੱਡ ਕੈਂਸਰ ਵਗੈਰਾ ਹੋ ਜਾਂਦਾ ਉਹਦੇ ਵਾਸਤੇ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਆ। ਔਰ ਇਹ ਇਹਨਾਂ ਨੇ ਆਪਣੀ ਇੱਥੋਂ ਰੈਲੀ ਜਿਹੜੀ ਭਰਾਵਾਂ ਦੇ ਢਾਬੇ ਤੋਂ ਸਟਾਰਟ ਕਰਕੇ ਇਸ ਦਰਬਾਰ ਸਾਹਿਬ ਦੇ ਏਰੀਏ ਦੇ ਵਿੱਚ, ਕਿਉਂਕਿ ਇੱਥੇ ਦੂਰੋਂ ਸੰਗਤ ਆਉਂਦੀ ਆ ਔਰ ਲੋਕਾਂ ਨੂੰ ਅਵੇਅਰ ਕਰਨ ਦਾ ਇਹ ਬਹੁਤ ਵਧੀਆ ਇੱਕ ਤਰੀਕਾ। ਔਰ ਗੁਰੂ ਰਾਮਦਾਸ ਜੀ ਦਾ ਇਹ ਕਾਲਜ ਆ ਔਰ ਉਸ ਕਾਲਜ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਸ਼ਲਾਘਾਯੋਗ ਆ। ਔਰ ਇਹ ਸਾਨੂੰ ਸਾਰੇ ਹੀ ਸਿੱਖਿਆ ਲੈਣੀ ਚਾਹੀਦੀ ਆ ਕਿ ਇੱਦਾਂ ਦੇ ਜਿਹੜੇ ਆਪਣੇ ਟ੍ਰੀਟਮੈਂਟ ਆ, ਲੋਕਾਂ ਨੂੰ ਅਵੇਅਰਨੈਸ ਆ, ਉਹ ਸਾਨੂੰ ਸਕੂਲ ਕਾਲਜ ਸਾਡੀਆਂ ਯੂਨੀਵਰਸਿਟੀਆਂ ਉਹਨਾਂ ਨੂੰ ਕਰਾਉਂਦੇ ਰਹਿਣਾ ਚਾਹੀਦਾ, ਤਾਂ ਜੋ ਕਿ ਸਾਰੀ ਦੁਨੀਆ ਤੱਕ ਇਹ ਜਿਹੜੇ ਆ ਸੰਗਤ ਪਹੁੰਚੇ, ਇਹਦੇ ਬਾਰੇ ਪਤਾ ਲੱਗੇ। ਔਰ ਇਸ ਸਾਰੇ ਹੀ ਸਟਾਫ ਦਾ ਔਰ ਇਸ ਕਾਲਜ ਦਾ ਬੜਾ ਸ਼ਲਾਘਾਯੋਗ ਕਦਮ, ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦਾ। ਇਹ ਉਪਰਾਲੇ ਜਿਹੜੇ ਆ, ਜਿਸ ਤਰ੍ਹਾਂ ਇਹ ਕਾਲਜ ਸਕੂਲ ਕਰਦੇ ਆ, ਸਾਡੀਆਂ ਵੀ ਟੀਮਾਂ ਜਿਹੜੀਆਂ ਸਕੂਲਾਂ ਕਾਲਜ ਵਿੱਚ ਜਾਂਦੀਆਂ, ਅਸੀਂ ਵੀ ਜਿਹੜੇ ਪੁਲਿਸ ਵੱਲੋਂ ਉਪਰਾਲੇ, ਜਿਵੇਂ ਖਾਸ ਕਰ ਜਿਹੜੇ ਆ ਲੋਕਾਂ ਨੂੰ ਜਿਹੜੇ ਬੱਚੇ ਆ, ਇਹਨਾਂ ਵਾਸਤੇ ਅਵੇਅਰ ਕਰਨਾ ਕਿ ਇਹਨਾਂ ਨੂੰ ਅਗਰ ਕਿਸੇ ਤੋਂ ਡਰਨਾ ਨਹੀਂ, ਜੇ ਇਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਪੁਲਿਸ ਤੋਂ ਬੇਝਿਜਕ ਹੋ ਕੇ ਆਓ। ਔਰ ਟ੍ਰੈਫਿਕ ਬਾਰੇ ਇਹ ਸਾਡੇ ਵੀ ਸੈਮੀਨਾਰ ਲੱਗਦੇ ਆ। ਇਸ ਤਰ੍ਹਾਂ ਜੇ ਅੱਜ ਵੀ ਜਿਹੜਾ ਇੱਥੇ ਮੈਂ ਆਇਆ, ਇਸੇ ਕਰਕੇ ਹੀ ਆਇਆ ਕਿ ਬਾਕੀ ਵੀ ਸਕੂਲ ਕਾਲਜ ਇਹੋ ਜਿਹੇ ਉਪਰਾਲੇ ਕਰਨ, ਜਿਸ ਤਰ੍ਹਾਂ ਇਹ ਗੁਰੂ ਰਾਮਦਾਸ ਜੀ ਕਾਲਜ ਨੇ ਕੀਤਾ। ਇਹ ਬਹੁਤ ਸ਼ਲਾਘਾਯੋਗ ਹੈ। ਅੱਜ ਅਸੀਂ ਇੱਥੇ ਵਰਲਡ ਥੈਲਾਸੀਮੀਆ ਡੇ ਮਨਾਉਣ ਆ ਰਹੇ ਹਾਂ ਔਰ ਸਾਡਾ ਨਾਰਾ ਹੈਗਾ ਥੈਲਾਸੀਮੀਆ ਮੁਕਤ ਭਾਰਤ। ਥੈਲਾਸੀਮੀਆ ਜਿਹੜਾ ਕਿ ਇੱਕ ਜੈਨੇਟਿਕ ਬਿਮਾਰੀ ਹੈ ਜਿਹਦਾ ਇਲਾਜ ਕੋਈ ਨਹੀਂ ਹੈ,
ਉਸ ਚੀਜ਼ ਤੋਂ ਬਚਾਅ ਕਰਨ ਵਾਸਤੇ ਅਸੀਂ ਪਬਲਿਕ ਵਿੱਚ ਅਵੇਅਰਨੈਸ ਲਗਾਉਣ ਵਾਸਤੇ ਇਹ ਸਾਰਾ ਮੁਹਿੰਮ ਸ਼ੁਰੂ ਕੀਤਾ ਹੈ। ਇਹਦੇ ਵਿੱਚ ਇਹ ਹੈਗਾ ਕਿ ਵੀ ਜਿਹੜੇ ਯੰਗਸਟਰਸ ਨੇ ਉਹ ਵਿਆਹ ਤੋਂ ਪਹਿਲਾਂ ਆਪਣਾ ਬਲੱਡ ਦਾ ਟੈਸਟ ਕਰਾ ਕੇ ਇਹ ਦੇਖ ਲੈਣ ਕਿ ਵੀ ਉਹਨਾਂ ਦੇ ਵਿੱਚ ਜੀਨਸ ਥੈਲੇਸੀਮੀਆ ਦੇ ਹੈਗੇ ਕਿ ਨਹੀਂ ਹੈਗੇ। ਸੋ ਅਕੋਰਡਿੰਗਲੀ ਅਸੀਂ ਇਸ ਤਰ੍ਹਾਂ ਦੇ ਮਤਲਬ ਜੇ ਪਹਿਲਾਂ ਹੀ ਇਹਨਾਂ ਪਤਾ ਕਰ ਲਿੱਤਾ ਜਾਵੇ ਤੇ ਇਹੋ ਜਿਹੇ ਥੈਲੇਸੀਮੀਆ ਗ੍ਰਸਤ ਬੱਚੇ ਪੈਦਾ ਹੋਣ ਤੋਂ ਪਹਿਲਾਂ ਹੀ ਆਪਾਂ ਉਹਨਾਂ ਨੂੰ ਰੋਕ ਸਕਦੇ ਹਾਂ, ਕਿਉਂਕਿ ਇਸ ਬਿਮਾਰੀ ਦਾ ਇਲਾਜ ਨਹੀਂ ਹੈ। ਇਸ ਲਈ ਰੋਕਥਾਮ ਕਰਨਾ ਹੀ ਸਭ ਤੋਂ ਇਹਦਾ ਮੁੱਖ ਕਾਰਨ ਹੈ। ਔਰ ਜੇ ਅਸੀਂ ਇਹ ਚੀਜ਼ ਕੈਰੀ ਕਰ ਲੈਂਦੇ ਹਾਂ ਤੇ ਆਉਣ ਵਾਲੇ ਕੁਝ ਸਾਲਾਂ ਤੱਕ ਜਿਹੜਾ ਭਾਰਤ ਹੈ ਉਹ 'ਚ ਥੈਲੇਸੀਮੀਆ ਮੁਕਤ ਹੋਣ ਦੇ ਚਾਂਸਿਸ ਹੈਗੇ। ਜਿਵੇਂ ਕਿ ਪੋਲੀਓ ਮੁਕਤ ਭਾਰਤ ਹੋ ਗਿਆ, ਇਸੇ ਤਰ੍ਹਾਂ ਥੈਲੇਸੀਮੀਆ ਮੁਕਤ ਭਾਰਤ ਵੀ ਹੋ ਸਕਦਾ। ਕਾਫੀ ਬੱਚੇ ਨੇ ਜੀ, ਅਪਰੋਕਸੀਮੇਟਲੀ ਪੂਰੇ ਪੰਜਾਬ ਦੇ ਵਿੱਚ ਤਕਰੀਬਨ 15-20 ਹਜ਼ਾਰ ਬੱਚੇ ਜਿਹੜੇ ਥੈਲੇਸੀਮੀਆ ਦੇ ਹੈਗੇ ਨੇ, ਜਿਹੜੇ ਕਿ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ। ਔਰ ਨਾਰਥ ਇੰਡੀਆ ਦੇ ਵਿੱਚ ਜ਼ਿਆਦਾ ਕੰਸਨਟ੍ਰੇਟਡ ਹੈ, ਬਾਕੀ ਵੀ ਸਾਰੇ ਭਾਰਤ ਦੇ ਵਿੱਚ ਕਿਤੇ ਕਿਤੇ ਸਾਰੇ ਹੈਗੇ ਨੇ ਬੱਚੇ ਜਿਨ੍ਹਾਂ ਦਾ ਇਹ ਇਲਾਜ ਚੱਲ ਰਿਹਾ। ਸਾਡੇ ਸੈਂਟਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਾਡੇ ਸ਼੍ਰੀ ਗੁਰੂ ਰਾਮਦਾਸ ਥੈਲੇਸੀਮੀਆ ਸੁਸਾਇਟੀ ਦੇ ਅੰਡਰ ਅਸੀਂ ਸਪੈਸ਼ਲ ਇੱਕ ਯੂਨਿਟ ਬਣਾਇਆ ਹੋਇਆ ਜਿਹਦੇ 'ਚ ਇਸ ਤਰ੍ਹਾਂ ਦੇ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ। ਔਰ ਉਹਨਾਂ ਦਾ ਬਾਕੀ ਸਾਰਾ ਟ੍ਰੀਟਮੈਂਟ, ਉਹਨਾਂ ਦਾ ਬਲੱਡ ਦੇਣ ਦਾ ਸਾਰਾ ਪ੍ਰੋਗਰਾਮ ਪਲੱਸ ਉਹਨਾਂ ਦੀ ਚਿਲੇਸ਼ਨ ਥੈਰੇਪੀ, ਉਹ ਸਾਰਾ ਕੁਝ ਅਸੀਂ ਕਰਦੇ ਹਾਂ। ਤਕਰੀਬਨ ਸਾਡੇ ਕੋਲ 70 ਕੁ ਬੱਚੇ ਇਸ ਵੇਲੇ ਰਜਿਸਟਰਡ ਹੈਗੇ ਆ। ਤੇ ਹੁਣ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਥੈਲੇਸੀਮੀਆ ਬਿਮਾਰੀ ਦੀ ਰੋਕਥਾਮ, ਇਲਾਜ ਅਤੇ ਇਸ ਬਿਮਾਰੀ ਦੇ ਸੰਬੰਧ ਵਿੱਚ ਜਾਣਕਾਰੀ ਨੂੰ ਵੱਡੇ ਪੱਧਰ ਤੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਗੁਰਪ੍ਰੀਤ ਸਿੰਘ ਘੁੱਗੀ ਅਤੇ ਮਾਹਰ ਡਾਕਟਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬੀਤੇ ਦਿਨੀ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਵਿਖੇ ਥੈਲੇਸੀਮੀਆ ਬਿਮਾਰੀ ਦੀ ਰੋਕਥਾਮ, ਇਲਾਜ ਅਤੇ ਇਸ ਪ੍ਰਤੀ ਜਾਣਕਾਰੀ ਨੂੰ ਵਿਸ਼ਾਲ ਪੱਧਰ ਤੇ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾਕਟਰ ਗੁਰਸਰਨ ਸਿੰਘ ਨਾਰੰਗ, ਜੋ ਕਿ ਥੈਲੇਸੀਮੀਆ ਵਾਰਡ ਦੇ ਇੰਚਾਰਜ ਨੇ, ਵਿਸਥਾਰਪੂਰਵਕ ਇਸ ਬਿਮਾਰੀ ਉੱਪਰ ਚਰਚਾ ਕੀਤੀ। ਉਹਨਾਂ ਦੱਸਿਆ ਕਿ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਇਸ ਬਿਮਾਰੀ ਨਾਲ ਜੂਝਣ ਲਈ 6 ਬੈੱਡਾਂ ਦੀ ਇੱਕ ਅਤੀ ਆਧੁਨਿਕ ਵਾਰਡ ਬਣਾਈ ਗਈ ਹੈ, ਜਿੱਥੇ ਬਹੁਤ ਹੀ ਯੋਗ ਡਾਕਟਰਾਂ ਦੀ ਟੀਮ ਸੰਸਥਾ ਦੇ ਉਦੇਸ਼ ਦੀ ਪੂਰਤੀ ਲਈ ਦਿਨ ਰਾਤ ਮਿਹਨਤ ਕਰਦੀ ਹੈ। ਇਸ ਮੌਕੇ ਮੁੱਖ ਮਹਿਮਾਨ ਸਰਦਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਥੈਲੇਸੀਮੀਆ ਬਿਮਾਰੀ ਜੋ ਕਿ ਵਿਸ਼ਵ ਭਰ ਵਿੱਚ ਪਾਈ ਜਾਂਦੀ ਹੈ ਅਤੇ ਬਹੁਤ ਸਾਰੇ ਲੋਕ ਇਸ ਤੋਂ ਅਣਜਾਣ ਨੇ। ਉਹਨਾਂ ਕਿਹਾ ਕਿ ਇਸ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਦੇਸ਼ ਪੱਧਰ ਤੇ ਸਾਂਝੇ ਉਦਮ ਕਰਨ ਦੀ ਲੋੜ ਹੈ, ਤਾਂ ਕਿ ਵੱਧ ਤੋਂ ਵੱਧ ਲੋਕਾਂ ਵਿੱਚ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਆਵੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਵਾਧੇ ਤੇ ਰੋਕਥਾਮ ਲੱਗੇ। ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਵਿੱਚ ਆ ਕੇ ਜਿਹੜਾ ਹੁਣ ਇੱਕ ਬਹੁਤ ਨਾਮਵਰ ਰਿਸਰਚ ਸੈਂਟਰ ਦੀ ਤਰ੍ਹਾਂ ਵੀ ਡਿਵੈਲਪ ਹੋ ਚੁੱਕਾ ਹੈ, ਉੱਥੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਮੈਂ ਇਹਨਾਂ ਬਾਰੇ ਇਸ ਚੀਜ਼ ਬਾਰੇ ਪੁੱਛਿਆ ਇਹਨਾਂ ਕੋਲੋਂ ਤੇ ਇਹ ਟੀਮ ਇੰਨੀ ਪੋਜ਼ਿਟਿਵ ਹੈ। ਸਭ ਤੋਂ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਤੁਹਾਨੂੰ ਸਰਵ ਕਰਨਾ, ਜੇ ਉਹ ਪੋਜ਼ਿਟਿਵ ਨੇ ਤਾਂ ਫਿਰ ਮੈਨੂੰ ਲੱਗਦਾ ਕਿ ਕਿਸੇ ਵੀ ਚੀਜ਼ ਨਾਲ ਫਾਈਟ ਕੀਤਾ ਜਾ ਸਕਦਾ। ਮੈਂ ਤਾਂ ਸੋਚਿਆ ਸੀ ਕਿ ਇੰਨੇ ਕੁ ਏਰੀਏ ਦੇ ਵਿੱਚ ਸੋਚਦੇ ਹੋਣਗੇ ਕਿ ਆਪਾਂ ਇਸ ਚੀਜ਼ ਨਾਲ ਫਾਈਟ ਕਰਨਾ, ਪਰ ਅੱਜ ਮੈਨੂੰ ਬਹੁਤ ਚੰਗਾ ਲੱਗਾ ਇਹਨਾਂ ਦਾ ਨਾਅਰਾ ਸੁਣ ਕੇ ਕਿ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਊਟ ਦਾ ਇਹ ਨਾਅਰਾ ਕਿ ਥੈਲੇਸੀਮੀਆ ਮੁਕਤ ਭਾਰਤ ਸਾਰਾ। ਐਡੀ ਵੱਡੀ ਲੜਾਈ ਇਹਨਾਂ ਨੇ ਆਰੰਭ ਦਿੱਤੀ ਹੈ। ਜਿਹੜਾ ਇਹਦੇ 'ਚ ਇੰਪੋਰਟੈਂਟ ਮੈਸੇਜ ਦੇਣਾ ਚਾਹੁੰਦੇ ਸੀ, ਜਿਹਦੇ ਕਰਕੇ ਇਹ ਚਾਹੁੰਦੇ ਸੀ ਕਿ ਮੈਂ ਵੀ ਉਹ ਮੈਸੇਜ ਦਿਆਂ, ਲੋਕਾਂ ਤੱਕ ਜ਼ਿਆਦਾ ਵਧੀਆ ਤਰੀਕੇ ਨਾਲ ਪਹੁੰਚੇ। ਜਦੋਂ ਦੋ ਜੀਆਂ ਦਾ ਜ਼ਿੰਦਗੀ 'ਚ ਸੁਮੇਲ ਹੋਣਾ ਨਾ, ਜਿੱਥੋਂ ਦੁਨੀਆ ਅੱਗੇ ਤੁਰਨੀ ਹੈ, ਮੀਆਂ ਬੀਵੀ, ਜਦੋਂ ਅਸੀਂ ਰਿਸ਼ਤਾ ਕਰਦੇ ਹਾਂ ਨਾ ਬੱਚਿਆਂ ਦਾ, ਤੇ ਦੋਵਾਂ ਦਾ ਥੈਲੇਸੀਮੀਆ ਟੈਸਟ ਜ਼ਰੂਰ ਕਰਾ ਕੇ ਦੇਖਣਾ ਚਾਹੀਦਾ। ਇੱਕ ਸਿੰਪਲ ਜਿਹਾ ਬਲੱਡ ਟੈਸਟ ਹੈ, ਥੈਲੇਸੀਮੀਆ ਟ੍ਰੇਟਸ ਦਾ, ਉਹਦੇ ਵਿੱਚ ਪਤਾ ਲੱਗ ਜਾਂਦਾ। ਅਗਰ ਰੱਬ ਨਾ ਕਰੇ ਥੈਲੇਸੀਮੀਆ ਟ੍ਰੇਟਸ, ਥੈਲਾਸੀਮੀਆ ਦੇ ਲੱਛਣ ਜਿਹੜੇ ਨੇ, ਅਗਰ ਦੋਨਾਂ ਜੀਆਂ ਦੇ ਵਿੱਚ ਹੈਗੇ ਨੇ, ਦੋਨੋਂ, ਤਾਂ ਉਹਨਾਂ ਨੂੰ ਇੱਕ ਕਪਲ ਨਹੀਂ ਬਣਾਉਣਾ ਚਾਹੀਦਾ। ਉਹਨਾਂ ਦਾ ਸੁਮੇਲ ਸ਼ਾਇਦ ਉਹਨਾਂ ਨੂੰ ਕੱਲ੍ਹ ਨੂੰ ਇੱਕ ਬੜੀ ਵੱਡੀ ਪ੍ਰੈਕਟਿਸ 'ਚ ਪਾ ਦੇਗਾ, ਇੱਕ ਬੜੀ ਵੱਡੀ ਸੰਘਰਸ਼ ਵਿੱਚ ਪਾ ਦੇਗਾ, ਔਰ ਬੱਚੇ ਨੂੰ ਵੀ ਅੱਗੋਂ ਕਿਸੇ ਮੁਸੀਬਤ 'ਚ ਪਾ ਸਕਦਾ। ਸੋ ਇਹ ਇੰਨਾ ਇੰਪੋਰਟੈਂਟ ਟੈਸਟ ਹੈ ਜਿਹਨੂੰ ਅਸੀਂ ਇਗਨੋਰ ਕਰਦੇ ਆ ਰਹੇ ਹਾਂ ਹੁਣ ਤੱਕ। ਔਰ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ, ਹੱਥ ਬੰਨ੍ਹ ਕੇ ਬੇਨਤੀ ਕਰਦਾ, ਇਹ ਟੈਸਟ ਇੰਨਾ ਜ਼ਰੂਰੀ ਹੈ ਕਿ ਇਹਨੂੰ ਹਰ ਚੀਜ਼ ਤੋਂ ਉੱਪਰ ਰੱਖਿਆ ਜਾਵੇ। ਨੰਬਰ 1 ਤੇ ਇਹ ਟੈਸਟ, ਬਲੱਡ ਟੈਸਟ ਕਰਾ ਲਓ। ਨੰਬਰ 2 ਤੇ ਕੁੰਡਲੀਆਂ ਮਿਲਾ ਲਓ। ਨੰਬਰ 3 ਤੇ ਦੇਖ ਲਓ ਵੀ ਪੜ੍ਹੇ ਲਿਖੇ ਜਾਂ ਕਿੰਨਾ ਕੁ ਸੌਖਾ ਪਰਿਵਾਰ। ਮੈਂ ਇਹ ਚੀਜ਼ ਮੰਨਦਾ ਕਿ ਸਰਕਾਰ ਨੂੰ ਇੱਦਾਂ ਦੇ ਕੰਮਾਂ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਕਰਨ ਦੀ ਲੋੜ ਹੈ। ਖਾਸ ਤੌਰ ਤੇ ਸੈਂਟਰ ਗਵਰਨਮੈਂਟ ਵੱਲੋਂ ਇੱਕ ਬਹੁਤ ਵੱਡਾ ਡਰਾਈਵ ਥੈਲੇਸੀਮੀਆ 'ਤੇ ਚੱਲਣ ਦੀ ਲੋੜ ਹੈ, ਜਿਹੜਾ ਮੈਨੂੰ ਲੱਗਦਾ ਅੱਜ ਤੱਕ ਮਿਸਿੰਗ ਹੈ। ਔਰ ਸਾਡੀ ਸਟੇਟ ਗਵਰਨਮੈਂਟ ਨੂੰ ਵੀ ਇਸ ਵੇਲੇ ਚਾਹੀਦਾ ਕਿ ਪਹਿਲ ਦੇ ਆਧਾਰ 'ਤੇ ਮੈਡੀਕਲ ਸਹੂਲਤਾਂ ਸਿਰਫ ਇਹ ਨਹੀਂ ਹੁੰਦੀਆਂ ਕਿ ਤੁਹਾਡੀ ਪਰਚੀ ਸਸਤੀ ਹੋ ਗਈ, ਅੱਗੇ 10 ਰੁਪਏ ਦੀ ਕੱਟੀ ਜਾਂਦੀ ਸੀ, ਹੁਣ 2 ਰੁਪਏ ਦੀ ਹੋ ਗਈ, ਉਹ ਕੋਈ ਮੈਡੀਕਲ ਸਹੂਲਤ ਨਹੀਂ ਹੈ। ਜਾਂ ਤੁਹਾਨੂੰ ਫਲਾਣਾ
ਫਲਾਣੀ ਦਵਾਈ ਵੀ ਉੱਥੋਂ ਹੁਣ ਅਵੇਲੇਬਲ ਹੋ ਜਾਏਗੀ ਜਾਂ ਸਸਤੀ ਮਿਲ ਜਾਏਗੀ। ਇੱਕ ਸਹੂਲਤ ਹੈ, ਪਰ ਇਹ ਸਭ ਕੁਝ ਨਹੀਂ। ਅਵੇਅਰਨੈਸ ਤੋਂ ਵੱਡੀ ਸਹੂਲਤ ਕੋਈ ਨਹੀਂ। ਅਸੀਂ 2500 ਬਿਮਾਰੀਆਂ ਨੂੰ ਅਵੇਅਰਨੈਸ ਦੇ ਨਾਲ ਹੀ ਖਤਮ ਕਰ ਸਕਦੇ ਹਾਂ, ਜਿਹੜੀਆਂ ਸਮਾਜ ਵਿੱਚੋਂ ਨਿਕਲ ਜਾਣਗੀਆਂ, ਜਿਨ੍ਹਾਂ ਦੇ ਵਿੱਚੋਂ ਬੜੀਆਂ ਬਿਮਾਰੀਆਂ ਪਿੱਛੇ ਖਤਮ ਹੋਈਆਂ ਸੋਸਾਇਟੀ 'ਚ। ਡਾਕਟਰ ਦਲਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮਾਗਮ ਦਾ ਮੁੱਖ ਉਦੇਸ਼ ਸਾਡੇ ਇੰਸਟੀਚਿਊਟ ਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਦੇ ਪਦ ਕਮਲਾਂ ਉੱਪਰ ਚੱਲਦਿਆਂ ਹੋਇਆਂ ਜੀਵਨ ਪੱਧਰ ਬਿਹਤਰ ਬਣਾਉਣ ਅਤੇ ਸਮਾਜ ਵਿੱਚੋਂ ਬਿਮਾਰੀਆਂ ਖਤਮ ਕਰਨ ਦੇ ਟੀਚੇ ਵਾਲੇ ਕਈ ਪ੍ਰੋਜੈਕਟਾਂ ਵਿੱਚੋਂ ਇੱਕ ਨੂੰ ਅਗਾਂਹ ਵਧਾਉਣਾ ਹੈ। ਡਾਕਟਰ ਏਪੀ ਸਿੰਘ ਨੇ ਕਿਹਾ ਕਿ ਸਾਨੂੰ ਭਾਰਤ ਵਿੱਚ ਥੈਲੇਸੀਮੀਆ ਦੀ ਬਿਮਾਰੀ ਨਾਲ ਪੀੜਤ ਲੋਕਾਂ ਦੇ ਇਲਾਜ ਦੀਆਂ ਲੋੜਾਂ ਦੀ ਪੂਰਤੀ ਕਰਨੀ ਹੈ। ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਮੌਜੂਦ 400 ਸਾਲ ਤੋਂ ਵੱਧ ਪੁਰਾਤਨ ਅਤੇ ਇਤਿਹਾਸਿਕ ਬੇਰੀਆਂ ਦੀ ਸਾਂਭ ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਨੇਕਾਂ ਯਤਨ ਕੀਤੇ ਜਾ ਰਹੇ ਨੇ। ਇਸੇ ਤਹਿਤ ਬੀਤੇ ਦਿਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਦੀ ਇੱਕ ਵਿਸ਼ੇਸ਼ ਟੀਮ ਸ੍ਰੀ ਦਰਬਾਰ ਸਾਹਿਬ ਪਹੁੰਚੀ ਅਤੇ ਇਹਨਾਂ ਬੇਰੀਆਂ ਦਾ ਮੁਆਇਨਾ ਕੀਤਾ। ਆਓ ਵੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ। ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਥਿਤ ਇਤਿਹਾਸਿਕ ਅਤੇ ਪਵਿੱਤਰ ਬੇਰੀਆਂ ਦੀ ਦੇਖਭਾਲ ਲਈ ਸਿਰ ਤੋੜ ਯਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਪਿਛਲੇ 10 ਸਾਲ ਤੋਂ ਕੀਤੀ ਜਾ ਰਹੀ ਹੈ ਬੇਰੀਆਂ ਦੀ ਵਿਸ਼ੇਸ਼ ਸੰਭਾਲ। ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਬੇਰੀਆਂ ਦੀ ਸਾਂਭ ਸੰਭਾਲ ਲਈ ਹਰ ਮਹੀਨੇ ਪਹੁੰਚਦੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਤੇ ਕਾਲਜ ਆਫ ਐਗਰੀਕਲਚਰ ਇੰਜੀਨੀਅਰਿੰਗ ਦੇ ਡੀਨ ਡਾਕਟਰ ਅਸ਼ੋਕ ਕੁਮਾਰ ਨੇ ਬੇਰੀਆਂ ਦਾ ਮੁਆਇਨਾ ਕੀਤਾ। ਸੰਗਤ ਨੂੰ ਪ੍ਰਸ਼ਾਦ ਵਾਲੇ ਥਿੰਦੇ ਹੱਥ ਲਾਉਣ ਦੀ ਉਹਨਾਂ ਨੇ ਅਪੀਲ ਵੀ ਕੀਤੀ ਅਤੇ ਉਹਨਾਂ ਕਿਹਾ ਕਿ ਸਾਡੇ ਅੰਤਕ ਯਤਨਾਂ ਅਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਬੇਰੀਆਂ ਨੂੰ ਫਲ ਲੱਗਿਆ ਅਤੇ ਮੁੜ ਹਰੀਆਂ ਭਰੀਆਂ ਹੋਈਆਂ ਨੇ। ਅਸੀਂ ਬਹੁਤ ਹੀ ਮੇਰੇ ਸਾਥੀਆਂ ਨੇ ਉਪਰਾਲਾ ਕੀਤਾ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਹਰਿਮੰਦਰ ਸਾਹਿਬ ਦਾ ਬਹੁਤ ਹੀ ਵੱਡਾ ਯੋਗਦਾਨ ਆ, ਜਿਨ੍ਹਾਂ ਦਾ ਅਸੀਂ ਬਹੁਤ ਹੀ ਧੰਨਵਾਦੀ ਹਾਂ। ਕਿ ਉਹ ਮੁੱਖ ਕੰਮ ਹੈ ਜੀ, ਜਿਹੜੇ ਪੁਰਾਣੇ ਇਤਿਹਾਸਕ ਸਾਡੇ ਔਰ ਧਾਰਮਿਕ ਮਹੱਤਤਾ ਦੇ ਜਿੰਨੇ ਵੀ ਸਾਡੇ ਪੁਰਾਣੇ ਦਰਖਤ ਨੇ, ਦਾ ਬੇਰ ਸਾਹਿਬ ਨੇ ਇੱਥੇ, ਬੇਰਵਾ ਬੁੱਢਾ ਜੀ ਆ ਔਰ ਦੁੱਖ ਭੰਜਨੀ ਬੇਰੀ ਆ, ਲਾਚੀ ਸਾਹਿਬ ਬੇਰੀ ਹੈ। ਔਰ ਇਹਨਾਂ ਬੇਰੀਆਂ ਦੇ ਅਸੀਂ ਤਕਰੀਬਨ 10 ਸਾਲ ਤੋਂ ਮੇਰੇ ਸਾਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਇਹਨਾਂ ਦੀ ਰੱਖ ਰਖਾਵ ਅਸੀਂ ਕਰ ਰਹੇ ਹਾਂ। ਔਰ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਆਮ ਆਪਾਂ ਸ਼ਰਧਾ ਬਸ ਕਈ ਵਾਰ ਕੀ ਕਰਦੇ ਹਾਂ ਕਿ ਕੋਈ ਵੀ ਜਿਹੜਾ ਇਸ ਮਹੱਤਤਾ ਦਾ ਜਿਹੜਾ ਪੇੜ ਆ, ਦਰਖਤ ਆ, ਉਹਨੂੰ ਆਪਾਂ ਚਾਰੇ ਪਾਸਿਓਂ ਪੱਕਾ ਕਰ ਦਿੰਦੇ ਹਾਂ ਔਰ ਉਸ ਦੇ ਵਿੱਚ ਕਈ ਵਾਰੀ ਆਪਾਂ ਲੋੜ ਤੋਂ ਵੱਧ ਪਾਣੀ ਦੇ ਦਿੰਦੇ ਹਾਂ। ਔਰ ਜਿਹਨੇ ਵੀ ਸੰਗਤਾਂ ਨੇ ਉਹ ਸ਼ਰਧਾ ਬਸ ਹੱਥ ਵੀ ਲਾਉਂਦੇ ਆ, ਕਈ ਵਾਰ ਹੱਥ ਨੂੰ ਪ੍ਰਸ਼ਾਦ ਲੱਗਿਆ ਹੁੰਦਾ, ਠੰਡੇ ਹੱਥ ਹੁੰਦੇ ਆ, ਉਹ ਵੀ ਆਪਾਂ ਉੱਥੇ ਲਾ ਦਿੰਦੇ ਆ। ਉਹਦੇ ਨਾਲ ਕੀ ਹੁੰਦਾ, ਉਲਟਾ ਆਪਾਂ ਸ਼ਰਧਾ ਬਸ ਮਤਲਬ ਫਾਇਦੇ ਦੀ ਬਜਾਏ ਉਹਦਾ ਨੁਕਸਾਨ ਹੋ ਜਾਂਦਾ। ਜਿਸ ਤਰ੍ਹਾਂ ਆਪਾਂ ਸਾਹ ਲੈਂਦੇ ਹਾਂ, ਇਸ ਤਰ੍ਹਾਂ ਹੀ ਪੇੜ ਵੀ ਸਾਹ ਲੈਂਦੇ ਨੇ। ਜਿਸ ਤਰ੍ਹਾਂ ਆਪਣੀ ਉਮਰ ਹੁੰਦੀ ਆ, ਉਹਨਾਂ ਦੀ ਵੀ ਉਮਰ, ਆਪਾਂ ਨੂੰ ਦੇਖਭਾਲ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਵੀ ਦੇਖਭਾਲ ਦੀ ਲੋੜ ਪੈਂਦੀ ਆ। ਔਰ ਜੇ ਕਿਤੇ ਜ਼ਰੂਰਤ ਪਵੇ ਤਾਂ ਮਾੜਾ ਮੋਟਾ ਆਪਾਂ ਨੂੰ ਇਲਾਜ ਵੀ ਕਰਨਾ ਪੈਂਦਾ। ਔਰ ਉਹੀ ਕੰਮ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਸਾਡੀ ਟੀਮ ਕਰ ਰਹੀ ਹੈ। ਔਰ ਇਹਦਾ ਤਕਰੀਬਨ ਮਹੀਨੇ ਬਾਅਦ 2 ਮਹੀਨੇ ਬਾਅਦ ਜੇ ਸਾਨੂੰ ਮਾੜੀ ਮੋਟੀ ਕਿਤੇ ਲੱਗਦਾ ਸਪਰੇਅ ਦੀ ਜ਼ਰੂਰਤ ਹੈ ਔਰ ਜਾਂ ਜੋ ਵੀ ਹਦਾਇਤ ਦੇਣੀ ਹੈ ਵੀ ਇੱਥੇ ਪਾਣੀ ਘੱਟ ਲਗਾਓ ਜਾਂ ਕੋਈ ਹਲਕੀ ਫੁਲਕੀ ਵੀ ਛਾਂਟ ਕਰਨੀ ਆ, ਉਹ ਅਸੀਂ ਕਰਦੇ ਹਾਂ। ਔਰ ਅਕਾਲ ਪੁਰਖ ਦੀ ਕਿਰਪਾ ਕਿ ਸਾਰੀਆਂ ਹੁਣ ਜਿੰਨੇ ਵੀ ਸਾਡੇ ਇੱਥੇ ਪੇੜ ਨੇ ਬਹੁਤ ਹੀ ਅੱਛਾ ਰਿਵਾਈਵ ਕਰ ਗਏ ਨੇ ਔਰ ਬਹੁਤ ਅੱਛਾ ਫੁਟਾਰਾ ਐਤਕੀ ਮੈਂ ਦੇਖ ਰਿਹਾ, ਬੜਾ ਅੱਛਾ ਫਲ ਵੀ ਆਇਆ ਔਰ ਉਮੀਦ ਹੈ ਇਸੇ ਤਰ੍ਹਾਂ ਕਿਰਪਾ ਬਣੀ ਰਹੂਗੀ। ਔਰ ਇਹਦੇ ਨਾਲ ਅਸੀਂ ਅੱਗੇ ਵੀ ਕਰ ਰਹੇ ਹਾਂ ਤਾਂ ਕਿ ਇਹਨਾਂ ਦੀ ਆਫ ਸ਼ੂਟਸ ਜਿਹੜੇ ਹੋਰ ਨਵੇਂ ਨਾਲ ਜਿਹੜੇ ਇਹਨਾਂ ਦੇ ਪੌਦੇ ਉੱਗ ਰਹੇ ਨੇ ਤਾਂ ਕਿ ਉਹ ਵੀ ਅੱਗੇ ਇੱਕ ਮੁੱਖ ਪੇੜ ਦਾ ਜਿਹੜਾ ਆਪਣਾ ਰੂਪ ਲੈ ਜਾਣਗੇ। ਕਿਉਂਕਿ ਜੋ ਸਦੀਆਂ ਤੋਂ ਸਾਡੀ ਇਹ ਪਰੰਪਰਾ ਚੱਲੀ ਆ ਰਹੀ ਹੈ, ਸਦੀਆਂ ਤੋਂ ਅਸੀਂ ਆਪਣਾ ਇਹਨਾਂ ਦੀ ਬਖਸ਼ਿਸ਼ ਲੈ ਰਹੇ ਹਾਂ, ਇਹਨਾਂ ਦਾ ਆਸ਼ੀਰਵਾਦ ਲੈ ਰਹੇ ਹਾਂ ਔਰ ਮੈਨੂੰ ਪੱਕਾ ਯਕੀਨ ਆ ਆਉਣ ਵਾਲੀਆਂ ਸਦੀਆਂ ਵਿੱਚ ਵੀ ਇਹ ਇਸੇ ਤਰ੍ਹਾਂ ਬਰਕਰਾਰ ਰਹੂ। ਔਰ ਜਦੋਂ ਵੀ ਕੋਈ ਜ਼ਰੂਰਤ ਪੈਂਦੀ ਹੈ ਉਦੋਂ ਵੀ ਅਸੀਂ ਆਉਣੇ ਆ ਔਰ ਤਕਰੀਬਨ ਰੂਟੀਨ ਦੇ ਵਿੱਚ ਅਸੀਂ ਗੇੜਾ ਲਾਉਣੀ ਆ। ਔਰ ਮੈਂ ਵੀ ਸਪੈਸ਼ਲੀ ਆਪਣੀ ਟੀਮ ਨੂੰ ਲੈ ਕੇ ਅੱਜ ਇਸੇ ਕਰਕੇ ਆਇਆ ਸੀਗਾ ਕਿ ਮੈਂ ਵੀ ਦੇਖਾਂ, ਦਰਸ਼ਨ ਕਰਾਂ ਔਰ ਇਸ ਕੰਮ ਨੂੰ ਦੇਖੀਏ ਵੀ ਕਿਸ ਤਰ੍ਹਾਂ ਚੱਲ ਰਿਹਾ। ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਬਹੁਤ ਅੱਛੇ ਢੰਗ ਨਾਲ ਇਹ ਸਾਂਭ ਸੰਭਾਲ ਹੋ ਰਹੀ ਹੈ। ਤੇ ਹੁਣ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਵਿਦਿਆ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਅਕਾਦਮਿਕ, ਧਾਰਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਬੀਰ ਸਿੰਘ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਉਹਨਾਂ ਇਸ ਮੌਕੇ ਕਾਲਜ ਦੀ ਵਾਰਸ਼ਿਕ ਰਿਪੋਰਟ ਵੀ ਪੜ੍ਹੀ। ਕਾਲਜ ਲਈ ਬੜੇ ਗੌਰਵ ਦੀ ਗੱਲ ਹੈ ਕਿ ਪੰਜਾਬ ਸਾਇੰਸ ਕਾਂਗਰਸ ਦੇ ਸਿਲਵਰ ਜੁਬਲੀ ਮੌਕੇ ਸਾਨੂੰ ਇਹ ਪ੍ਰੋਗਰਾਮ ਕਰਾਉਣ ਦਾ ਸੁਭਾਗ ਪ੍ਰਾਪਤ ਹੋਇਆ
ਕਾਲਜ ਦੇ ਸਮੂਹ ਸਟਾਫ ਦੀ ਮਿਹਨਤ ਸਦਕਾ ਲਗਭਗ 321 ਜਿਹੜੇ ਰਿਸਰਚ ਪੇਪਰ ਨੇ ਸਰ ਉਹ ਇਸ ਪ੍ਰੋਗਰਾਮ ਵਿੱਚ ਪ੍ਰਾਪਤ ਹੋਏ ਸੀ ਤੇ ਪੰਜਾਬ ਸਾਇੰਸ ਅਕੈਡਮੀ ਵੱਲੋਂ ਸਾਡੀ ਇੱਕ ਵਿਦਿਆਰਥਣ ਨੂੰ ਯੰਗ ਸਾਇੰਟਿਸਟ ਦਾ ਅਵਾਰਡ ਦਿੱਤਾ ਗਿਆ ਤੇ ਇੱਕ ਸਾਡੇ ਟੀਚਰ ਨੂੰ ਬੈਸਟ ਸਾਇੰਸ ਟੀਚਰ ਦਾ ਅਵਾਰਡ ਦਿੱਤਾ ਗਿਆ। ਪ੍ਰਧਾਨ ਸਾਹਿਬ, ਇਹ ਸਾਰੀਆਂ ਪ੍ਰਾਪਤੀਆਂ ਤੁਹਾਡੇ ਆਸ਼ੀਰਵਾਦ, ਤੁਹਾਡੇ ਸਹਿਯੋਗ ਤੇ ਸਾਰੀ ਟੀਮ ਦੀ ਅਣਥੱਕ ਮਿਹਨਤ ਸਦਕਾ ਨੇ। ਸਾਰੇ ਕਰਮਚਾਰੀ ਪੂਰੀ ਤਨਦੇਹੀ ਨਾਲ ਯੋਜਨਾਬੱਧ ਤਰੀਕੇ ਨਾਲ ਕਾਲਜ ਦੀ ਬਿਹਤਰੀ ਲਈ ਯਤਨਸ਼ੀਲ ਨੇ ਤੇ ਮੈਂ ਆਪ ਨੂੰ ਵਿਸ਼ਵਾਸ ਦਿਵਾਉਣਾ ਕਿ ਬਹੁਤ ਯੋਗ ਅਧਿਆਪਕਾਂ ਦੀ ਟੀਮ ਸਦਕਾ ਅਗਲੇ ਦਿਨਾਂ 'ਚ ਇਹ ਕਾਲਜ ਹੋਰ ਬੁਲੰਦੀਆਂ ਛੂਹੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਬੰਧ ਅਧੀਨ ਲਗਭਗ 108 ਸਕੂਲ, ਕਾਲਜ, ਡਿਗਰੀ ਕਾਲਜਿਸ, ਮੈਡੀਕਲ ਕਾਲਜਿਸ, ਇੰਜੀਨੀਅਰਿੰਗ ਕਾਲਜ ਚੱਲਦੇ ਆ। ਪਰ ਇਹ ਸਾਹਿਬ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਇਹ ਸਤਿਗੁਰਾਂ ਦੀ ਪਵਿੱਤਰ ਧਰਤੀ ਦੇ ਸੁਸ਼ੋਭਿਤ ਵੀ ਆ ਤੇ ਇਹਦੀ ਕੁਆਲਿਟੀ ਐਜੂਕੇਸ਼ਨ ਅਕੈਡਮਿਕ ਤੌਰ ਦੇ ਉੱਤੇ ਵੀ ਬਾਕੀ ਸਾਰੀਆਂ ਇੰਸਟੀਟਿਊਸ਼ਨ ਨਾਲੋਂ ਉਹ ਵਿਲੱਖਣ ਹੈ। ਅਕੈਡਮਿਕ ਤੌਰ ਦੇ ਉੱਤੇ ਬੱਚਿਆਂ ਨੇ MSc ਦੇ ਵਿੱਚ ਉਹ ਵੀ ਬੱਚੇ ਜਿਹੜੇ ਮੋਰ ਦੈਨ 95% ਮਾਰਕਸ ਲੈ ਕੇ ਗਏ ਆ। ਦੂਸਰੇ ਵਿਸ਼ੇ ਚਾਹੇ ਮੈਥਮੈਟਿਕਸ ਆ, ਕੈਮਿਸਟਰੀ ਆ, ਫਿਜ਼ਿਕਸ ਆ, ਬੋਟਨੀ ਆ, ਜੂਲੌਜੀ ਆ। ਉਹ ਤੋਂ ਇਲਾਵਾ ਜਿਹੜੇ ਸਾਡੇ ਦੂਸਰੇ ਕੁਇਜ਼ ਐਕਟੀਵਿਟੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਬੱਚਿਆਂ ਦਾ ਬਹੁਤ ਇੱਕ ਨਾਮਵਰ ਸ਼ਖਸੀਅਤ ਵਜੋਂ ਕਾਲਜ ਦਾ ਨਾਮ ਉੱਭਰਦਾ। ਇਸੇ ਤਰ੍ਹਾਂ ਐਥਲੈਟ ਆਪਣੇ ਜਿਹੜੀਆਂ ਸਪੋਰਟਸ ਦੀਆਂ ਵੱਖ-ਵੱਖ ਗੇਮਾਂ ਆ ਉਹਨਾਂ ਦੇ ਵਿੱਚ ਵੀ ਇਹਨਾਂ ਬੱਚਿਆਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ। ਔਰ ਮੈਂ ਇਹ ਵੀ ਕਹਿ ਸਕਦਾ ਕਿ ਅੱਜ ਨੈਕ ਦੇ ਵਿੱਚ ਕੁਆਲੀਫਾਈ ਕਰਨ ਲਈ ਸਾਰੀਆਂ ਇੰਸਟੀਟਿਊਸ਼ਨ ਦਾ ਬਹੁਤ ਜ਼ੋਰ ਲੱਗ ਜਾਂਦਾ। ਪਰ ਮੈਂ ਪ੍ਰਿੰਸੀਪਲ ਸਾਹਿਬ ਤੇ ਇਹਨਾਂ ਦੇ ਸਮੁੱਚੇ ਸਟਾਫ ਨੂੰ ਵਧਾਈ ਦਿੰਦਾ ਕਿ A ਗ੍ਰੇਡ ਨੈਕ ਦਾ ਜਿਹੜਾ ਇਹਨਾਂ ਦੇ ਸਾਰਾ ਪੁਰਾਣਾ ਪਿਛੋਕੜ ਦੇਖ ਕੇ ਉਹ 2024 ਤੱਕ ਸੈਂਕਸ਼ਨ ਕਰ ਦਿੱਤਾ। ਔਰ ਇਹਨਾਂ ਦੀ ਲਕਸ਼ ਆ ਵੀ ਜੇ 2024 ਦੇ ਵਿੱਚ ਪਲੱਸ A ਗ੍ਰੇਡ ਆ ਜਾਏ ਤੇ ਮੈਂ ਸਮਝਦਾ ਇਹ ਬਹੁਤ ਵੱਡੀ ਗੱਲ ਆ। ਔਰ ਇੱਕ ਜਿਹੜਾ ਇਹਨਾਂ ਨੇ ਬੜੀ ਵੱਡੀ ਉਪਲਬਧੀ ਕੀਤੀ ਆ UGC ਦੇ ਵਿੱਚ ਕੇਅਰ ਦੇ ਵਿੱਚ ਉਹਦੇ ਵਿੱਚ ਕੁਆਲੀਫਾਈ ਕਰਨਾ, ਜਰਨਲ ਜਿਹੜਾ ਉਹਦੇ ਵਿੱਚ ਆਉਣਾ ਸਾਡਾ ਇਸ ਕਾਲਜ ਦਾ, ਭਾਵੇਂ ਉਹ ਧਾਰਮਿਕ ਤੌਰ 'ਤੇ ਹੀ ਆ ਪਰ ਇਹ ਮੇਰਾ ਖਿਆਲ ਸਾਡੇ ਕੋਲ ਅੱਜ ਪੰਜਾਬ ਦੇ ਕਿਸੇ ਕਾਲਜ 'ਚ ਨਹੀਂ ਜਿਹੜਾ ਉਸ ਕੇਅਰ ਲਿਸਟ ਦੇ ਵਿੱਚ ਇਹਨਾਂ ਦਾ ਨਾਮ ਆ। ਆਟੋਨਮਸ ਕਾਲਜ ਦਾ ਇਹ ਸਟੇਟਸ ਮਿਲਣੇ ਇਹ ਵੀ ਮੈਂ ਸਮਝਦਾ ਬਹੁਤ ਵੱਡੀ ਉਪਲਬਧੀ ਆ। ਸਭ ਤੋਂ ਪਹਿਲਾਂ ਮੈਂ ਸਾਰੇ ਜਿਹੜੇ ਕਾਲਜ ਦੇ ਸਟੂਡੈਂਟਸ ਹੈ, ਸਟਾਫ ਹੈ ਔਰ ਵਿਸ਼ੇਸ਼ ਕਰਕੇ ਪ੍ਰਿੰਸੀਪਲ ਸਾਹਿਬ ਨੂੰ ਵਧਾਈ ਦੇਣਾ ਕਿ ਇਸ ਕਾਲਜ ਦੇ ਬੱਚਿਆਂ ਨੇ ਸਾਰੇ ਖੇਤਰਾਂ ਦੇ ਵਿੱਚ ਬਹੁਤ ਵੱਡੇ ਮੱਲਾਂ ਔਰ HPC ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਧੰਨਵਾਦ ਕਰਦਾ ਕਿ ਅੱਜ ਉਚੇਚੇ ਤੌਰ 'ਤੇ ਉਹਨਾਂ ਨੇ ਸਮਾਂ ਕੱਢ ਕੇ ਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਹੈ। ਔਰ ਜਿਹੜੇ ਮੈਰੀਟੋਰੀਅਸ ਬੱਚੇ ਹੈ ਜਾਂ ਹੋਰ ਖੇਤਰਾਂ ਦੇ ਵਿੱਚ ਜਿਹੜੇ ਬੱਚਿਆਂ ਨੇ ਮੱਲਾਂ ਮਾਰੀਆਂ ਉਹਨਾਂ ਸਾਰਿਆਂ ਨੂੰ ਅੱਜ ਆਪ ਆ ਕੇ ਇਨਾਮ ਦਿੱਤਾ। ਇਸ ਕਰਕੇ ਬਹੁਤ ਅੱਛੀਆਂ ਲੀਹਾਂ ਦੇ ਉੱਤੇ ਕਾਲਜ ਚੱਲ ਰਿਹਾ ਔਰ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬੈਟਰ ਤਰੀਕੇ ਦੇ ਨਾਲ ਕਾਲਜ ਜਿਹੜਾ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਾਡੀ ਇਹ ਭਰਪੂਰ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਹਫਤੇ ਦੀਆਂ ਪੰਥਕ ਸਰਗਰਮੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਈਏ। ਸਾਡੇ ਇਸ ਪ੍ਰੋਗਰਾਮ ਸੰਬੰਧੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਤੁਸੀਂ ਕੋਈ ਰਾਏ, ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਮੇਲ ਕਰੋ feedback@ptcnetwork.com ਤੇ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਸਿੱਖ ਸਰਗਰਮੀਆਂ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।